ਸਤਿ ਸ਼੍ਰੀ ਅਕਾਲ। ਫਟਾਫਟ 100 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਮੀਤ ਕੌਰ। ਦੇਸ਼ ਦੁਨੀਆ ਦੇ ਵਿੱਚ ਅੱਜ ਕੀ ਕੁਝ ਰਿਹਾ ਖਾਸ ਮਨੋਰੰਜਨ ਖੇਡ ਜਗਤ ਤੇ ਕਰਾਂਗੇ ਵਪਾਰ ਦੀ ਗੱਲ। ਸਭ ਤੋਂ ਪਹਿਲਾਂ ਨਜ਼ਰ ਪਾਉਣੀ ਆ ਸੂਬਾਈ ਖਬਰਾਂ ਤੇ। ਕੋਰੋਨਾ ਵਾਇਰਸ ਨੂੰ ਲੈ ਕੇ ਆਮ ਜਨਤਾ ਦੇ ਵਿੱਚ ਪਹਿਲਾਂ ਹੀ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ, ਪਰ ਕਈ ਥਾਈਂ ਇਸ ਦੀ ਜਾਂਚ ਕਰਨ ਵਾਲੀਆਂ ਲੈਬਸ ਨੇ ਇਸ ਨੂੰ ਡਰ ਨੂੰ ਪੈਸੇ ਕਮਾਉਣ ਦਾ ਜ਼ਰੀਆ ਬਣਾ ਕੇ ਰੱਖ ਲਿਆ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਨਿੱਜੀ ਲੈਬ ਨੂੰ ਵੀ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ। ਜਾਂਚ ਕਰਵਾਉਣ ਦੇ ਲਈ ਪਹੁੰਚ ਰਹੇ ਮਰੀਜ਼ਾਂ ਨੇ ਲੈਬ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਲੈਬ ਵੱਲੋਂ ਜਿਨ੍ਹਾਂ ਮਰੀਜ਼ਾਂ ਨੂੰ ਪੋਜ਼ਿਟਿਵ ਕਿਹਾ ਜਾਂਦਾ ਉਹਨਾਂ ਦੀ ਰਿਪੋਰਟ ਦੂਜੀ ਥਾਂ ਤੋਂ ਨੈਗੇਟਿਵ ਆ ਜਾਂਦੀ ਹੈ, ਜਿਸ ਤੋਂ ਗੁੱਸਾਏ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਲੈਬ ਬਾਹਰ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੋਂ ਅਜਿਹੀਆਂ ਲੈਬਸ ਖਿਲਾਫ ਕਾਰਵਾਈ ਕਰ ਬੰਦ ਕਰਾਉਣ ਦੀ ਮੰਗ ਕੀਤੀ ਹੈ। ਪੱਟੀ ਦੇ ਕਸਬਾ ਵਲਟੋਹਾ ਵਿਖੇ ਲੁੱਟ ਦੀ ਵਾਰਦਾਤ ਵਾਪਰੀ ਹੈ, ਜਿੱਥੇ ਕਿ ਇੱਕ ਨਿੱਜੀ ਫਾਈਨਾਂਸ ਕੰਪਨੀ ਦੇ ਫੀਲਡ ਅਫਸਰ ਨੂੰ ਨਿਸ਼ਾਨਾ ਬਣਾਇਆ ਗਿਆ। ਲੁਟੇਰੇ 1,81,000 ਰੁਪਏ ਲੈ ਕੇ ਫਰਾਰ ਹੋਏ। ਜਾਣਕਾਰੀ ਦੇ ਮੁਤਾਬਿਕ ਫੀਲਡ ਅਫਸਰ ਅਮਿਤ ਕੁਮਾਰ ਆਪਣੀ ਮੋਟਰਸਾਈਕਲ ਤੇ ਕਲੈਕਸ਼ਨ ਕਰਨ ਲਈ ਜਾ ਰਿਹਾ ਸੀ, ਜਿਸ ਦੌਰਾਨ ਦੋ ਬਾਈਕ ਸਵਾਰਾਂ ਦੇ ਵੱਲੋਂ ਰਾਹ 'ਚ ਉਸ ਤੋਂ ਪਿਸਤੌਲ ਦੀ ਨੋਕ ਤੇ ਬੈਗ ਖੋਲਿਆ ਗਿਆ ਤੇ ਫਰਾਰ ਹੋ ਗਏ। ਅਮਿਤ ਦਾ ਕਹਿਣਾ ਹੈ ਕਿ ਬੈਗ ਦੇ ਵਿੱਚ ਕਲੈਕਸ਼ਨ ਦੇ 1,81,000 ਰੁਪਏ ਸਨ ਅਤੇ ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੁਟੇਰਿਆਂ ਨੂੰ ਕਾਬੂ ਕਰਨ ਦੇ ਲਈ ਨਾਕੇਬੰਦੀ ਕੀਤੀ ਗਈ ਹੈ। ਗੁਰਦਾਸਪੁਰ ਦੇ ਪਿੰਡ ਕੋਟ ਸੰਤੋਖ ਰਾਏ 'ਚ ਹੋਈ ਫਾਇਰਿੰਗ ਦੌਰਾਨ ਦੋ ਸਗੇ ਭਰਾਵਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ। ਸਾਰਾ ਮਾਮਲਾ ਜ਼ਮੀਨੀ ਵਿਵਾਦ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਤੇ ਇਸ ਦੌਰਾਨ ਦੋ ਗੁੱਟਾਂ ਦੇ ਵਿੱਚ ਝੜਪ ਹੋਈ ਸੀ। ਫਿਲਹਾਲ ਮੁਲਜ਼ਮ ਫਰਾਰ ਦੱਸੇ ਜਾ ਰਹੇ ਨੇ ਅਤੇ ਇਹਨਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪਟਿਆਲਾ ਦੇ ਹਲਕਾ ਘਨੌਰ ਤੋਂ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਦੀ ਜਾਂਚ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਕਰੇਗੀ। ਇਸ ਸਬੰਧ ਵਿੱਚ ਈਡੀ ਦੇ ਅਧਿਕਾਰੀ ਨੇ ਅੱਜ ਐਸਐਸਪੀ ਪਟਿਆਲਾ ਦੇ ਨਾਲ ਮੁਲਾਕਾਤ ਕਰਕੇ ਜਾਣਕਾਰੀ ਹਾਸਲ ਕੀਤੀ ਹੈ। ਦੱਸ ਦਈਏ ਕਿ ਲਾਕਡਾਊਨ ਦੌਰਾਨ ਪਟਿਆਲਾ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਕਰਕੇ ਇੱਕ ਕੋਲਡ ਸਟੋਰ ਦੇ ਵਿੱਚ ਚਲਾਈ ਜਾ ਰਹੀ ਨਾਜਾਇਜ਼ ਸ਼ਰਾਬ ਫੈਕਟਰੀ ਫੜੀ ਸੀ। ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ ਤੇ ਚੱਲ ਰਿਹਾ ਹੈ। ਨਾਜਾਇਜ਼ ਖੁਦਾਈ ਕਰਨ ਵਾਲਿਆਂ ਦੇ ਹੌਸਲੇ ਨੇ ਬੁਲੰਦ ਨੇ ਕਿ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ। ਹੁਣ ਇੱਕ ਬੜਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਮਾਈਨਿੰਗ ਵਿਭਾਗ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਉੱਤੇ ਛਾਪਾ ਮਾਰ ਕੇ ਜੀਸੀਬੀ ਮਸ਼ੀਨ ਅਤੇ ਟਿੱਪਰਾਂ ਨੂੰ ਫੜ ਕੇ ਪੁਲਿਸ ਨੂੰ ਸੂਚਿਤ ਕੀਤਾ, ਪਰ ਜਦੋਂ ਤੱਕ ਪੁਲਿਸ ਪਹੁੰਚੀ ਉਦੋਂ ਤੱਕ ਮੁਲਜ਼ਮ ਅਫਸਰਾਂ ਦੇ ਸਾਹਮਣੇ ਹੀ ਆਪਣੇ ਟਿੱਪਰ ਅਤੇ ਮਸ਼ੀਨਾਂ ਲੈ ਕੇ ਫਰਾਰ ਹੋ ਗਏ। ਜਦੋਂ ਇਸ ਸੰਬੰਧੀ ਮਾਈਨਿੰਗ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜ਼ਮੀਨ ਮਾਲਕ ਵਿਰੁੱਧ ਮਾਈਨਿੰਗ ਐਕਟ ਤਹਿਤ ਕਾਰਵਾਈ ਕੀਤੀ ਜਾਏਗੀ। ਫਰੀਦਕੋਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਲੱਖਾਂ ਰੁਪਏ ਦੇ ਸਮਾਨ ਸਮੇਤ 5 ਮੁਲਜ਼ਮਾਂ ਨੂੰ ਕਾਬੂ ਕੀਤਾ। ਥਾਣਾ ਮੁਖੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਫਰੀਦਕੋਟ ਦੇ ਵਿੱਚ ਪਿਛਲੇ ਦਿਨੀ ਵੱਖ-ਵੱਖ ਥਾਵਾਂ ਦੇ ਉੱਤੇ ਲੜੀਵਾਰ ਹੋਈਆਂ ਚੋਰੀਆਂ ਨੂੰ ਅੰਜਾਮ ਦੇਣ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਤੋਂ 2 ਲੈਪਟਾਪ, 2 LED ਟੀਵੀ, ਕੁਝ ਚਾਂਦੀ ਦੇ ਗਹਿਣੇ, ਟਰੱਕ ਦੀਆਂ 2 ਬੈਟਰੀਆਂ, 62 ਕਿਲੋ ਪਿੱਤਲ ਦਾ ਸਕ੍ਰੈਪ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਇਹਨਾਂ ਵਿੱਚੋਂ 2 ਮੁਲਜ਼ਮਾਂ ਤੇ ਪਹਿਲਾਂ ਹੀ ਮਾਮਲੇ ਦਰਜ ਨੇ ਅਤੇ ਇਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਦੇ ਵੱਲੋਂ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਰਾ ਖੂਬ ਪ੍ਰਚਾਰਿਆ ਗਿਆ ਅਤੇ ਗਰੀਬ ਮਾਪਿਆਂ ਦੀ ਬੇਟੀਆਂ ਦੀ ਪਰਵਰਿਸ਼ ਕਰਕੇ ਉਹਨਾਂ ਨੂੰ ਉੱਚ ਸਿੱਖਿਆ ਦਿਵਾਈ ਗਈ, ਪਰ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ। ਪੜ੍ਹੀਆਂ ਲਿਖੀਆਂ ਇਹ ਲੜਕੀਆਂ ਰੋਜ਼ਗਾਰ ਨਾ ਮਿਲਣ ਕਰਕੇ ਇਸ ਵਕਤ ਖੇਤਾਂ ਦੇ ਵਿੱਚ ਝੋਨਾ ਲਾ ਕੇ ਰੋਜ਼ੀ ਰੋਟੀ ਦਾ ਜੁਗਾੜ ਕਰ ਰਹੀਆਂ ਨੇ। ਕਾਦੀ ਦੇ ਪਿੰਡ ਤਤਲੇ 'ਚ ਪੰਚਾਇਤ ਮੈਂਬਰ ਨੂੰ ਝਗੜਾ ਸੁਲਝਾਉਣਾ ਮਹਿੰਗਾ ਪੈ ਗਿਆ ਤੇ ਉਸਦੇ ਪਿੰਡ ਦੇ ਹੀ ਵਿਅਕਤੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਦਰਅਸਲ ਪੰਚਾਇਤ ਮੈਂਬਰ ਹੰਸਾ ਸਿੰਘ ਪਿੰਡ ਦੇ ਰਹਿਣ ਵਾਲੇ ਚਾਚੇ ਭਤੀਜੇ ਦਰਮਿਆਨ ਹੋਏ ਝਗੜੇ ਨੂੰ ਸੁਲਝਾਉਣ ਦੇ ਲਈ ਪਹੁੰਚਿਆ ਸੀ, ਪਰ ਰਾਤ ਸਮੇਂ ਜਦੋਂ ਹੰਸਾ ਸਿੰਘ ਪੈਲੀ ਨੂੰ ਪਾਣੀ ਦੇਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੋਸ਼ੀ ਭਤੀਜੇ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਹੰਸਾ ਸਿੰਘ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਡਾਕਟਰਾਂ ਨੇ ਹੰਸਾ ਸਿੰਘ ਦੀ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ। ਉਧਰ ਜ਼ਖਮੀ ਹੰਸਾ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਤੇ ਬੇਵਜ੍ਹਾ ਉਹਨਾਂ ਦੇ ਪਿਤਾ ਤੇ ਹਮਲਾ ਕੀਤਾ ਗਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਭੇਜੇ ਪੱਤਰ ਦੇ ਵਿੱਚ ਕੈਪਟਨ ਨੇ ਭਾਰਤ ਸਰਕਾਰ ਤੋਂ 79 ਕਰੋੜ 460 ਰੁਪਏ ਦੀ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ। ਉਹਨਾਂ ਨੇ ਪੱਤਰ ਵਿੱਚ ਕਿਹਾ ਹੈ ਕਿ ਕੋਰੋਨਾ ਦੇ ਕਾਰਨ ਵੱਡੇ ਪੱਧਰ ਤੇ ਤਬਾਹੀ ਹੋਈ ਹੈ, ਜਿਸ ਕਾਰਨ ਕੇਂਦਰ ਨੂੰ ਇਹ ਸਹਾਇਤਾ ਰਾਸ਼ੀ ਜਲਦ ਤੋਂ ਜਲਦ ਰਿਲੀਜ਼ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਤੀ ਸਹਾਇਤਾ ਦੇ ਨਾਲ ਗੈਰ ਵਿੱਤੀ ਹਿੱਸੇ ਦੇ ਵਿੱਚ ਲੰਮੇ ਸਮੇਂ ਦੇ CCL ਕਰਜ਼ੇ ਮੁਆਫ ਕਰਨ, ਪੂੰਜੀ ਨਿਰਧਾਰਨ ਵਿੱਚ ਵਾਧੇ ਅਤੇ ਮਨਰੇਗਾ ਦੇ ਟੀਚਿਆਂ ਨੂੰ ਯਕੀਨੀ ਬਣਾਇਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਉਣ ਵਾਲੇ ਭਵਿੱਖ ਵਿੱਚ ਕਿਸੇ ਵੱਡੀ ਸਮਾਜਿਕ ਆਰਥਿਕ ਉਥਲ-ਪੁਥਲ ਨੂੰ ਰੋਕਣ ਲਈ ਕੇਂਦਰ ਦੇ ਫੌਰੀ ਦਖਲਅੰਦਾਜ਼ੀ ਦੀ ਲੋੜ ਹੈ।
ਸਰਕਾਰ ਦੇ तमाम ਯਤਨਾਂ ਦੇ ਬਾਵਜੂਦ ਵੀ ਸੂਬੇ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ। ਆਏ ਦਿਨ ਨਸ਼ਾ ਨੌਜਵਾਨਾਂ ਨੂੰ ਨਿਕਲਦਾ ਜਾ ਰਿਹਾ ਹੈ। ਹੁਣ ਬਲਾਕ ਮਾਹਿਲਪੁਰ ਦੇ ਪਿੰਡ ਖੇੜਾ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਈ। ਨਸ਼ੇ ਨਾਲ ਇਸ ਪਰਿਵਾਰ ਦੇ ਹੁਣ ਤੱਕ 3 ਨੌਜਵਾਨ ਆਪਣੀ ਜ਼ਿੰਦਗੀ ਗਵਾ ਚੁੱਕੇ ਨੇ ਤੇ ਪਿੰਡ ਵਿੱਚ ਨਸ਼ੇ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 6 ਹੋ ਗਈ ਹੈ। ਮ੍ਰਿਤਕ ਨੌਜਵਾਨ ਹਰਵਿੰਦਰ ਦੀ ਮੌਤ ਨਾਲ ਘਰ ਦਾ ਆਖਰੀ ਚਿਰਾਗ ਵੀ ਬੁਝ ਗਿਆ ਹੈ। ਪਿੰਡ ਵਾਸੀਆਂ ਤੇ ਪੀੜਤ ਪਰਿਵਾਰ ਨੇ ਮਾਹਿਲਪੁਰ ਪੁਲਿਸ ਤੇ ਗੰਭੀਰ ਦੋਸ਼ ਲਗਾਏ ਨੇ। ਪਿੰਡ ਵਾਸੀਆਂ ਨੇ ਦੱਸਿਆ ਕਿ ਨਸ਼ਾ ਵੇਚਣ ਵਾਲੀ ਮਹਿਲਾ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਕਾਰਵਾਈ ਨਹੀਂ ਹੋਈ। ਪਿੰਡ ਵਾਸੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਨਸ਼ਾ ਤਸਕਰਾਂ ਤੇ ਕਾਰਵਾਈ ਨਹੀਂ ਕੀਤੀ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕਰਨਗੇ। ਰਾਜਪੁਰਾ ਵਿਖੇ ਸਸਤੇ ਰੇਟਾਂ ਦੇ ਵਿੱਚ ਬਾਬਾ ਨਾਨਕ ਦੀ ਹੱਟੀ ਕਰਿਆਨਾ ਸਟੋਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਹੱਟੀ ਸੰਚਾਲਕ ਯੂਨਾਈਟਿਡ ਸਿੱਖ ਸੰਸਥਾ ਦੇ ਰਾਜਪੁਰਾ ਪ੍ਰਧਾਨ ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਨਾਨਕ ਦੀ ਸਿੱਖਿਆ ਤੇ ਫਲਸਫੇ ਦੇ ਆਧਾਰ ਤੇ ਉੱਤੇ ਰਾਜਪੁਰਾ ਸ਼ਹਿਰ ਦੇ ਲੋਕਾਂ ਦੇ ਲਈ ਸਸਤੇ ਰੇਟਾਂ ਦੇ ਵਿੱਚ ਕਰਿਆਨੇ ਦੀ ਹੱਟੀ ਖੋਲ੍ਹੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਲੱਗੇ ਕਰਫਿਊ ਦੌਰਾਨ ਕਰਿਆਨਾ ਅਤੇ ਹੋਰਨਾਂ ਦੁਕਾਨਾਂ ਦੇ ਵਪਾਰੀਆਂ ਵੱਲੋਂ ਮਹਿੰਗੇ ਰੇਟਾਂ ਤੇ ਸਮਾਨ ਵੇਚ ਕੇ ਲੋਕਾਂ ਦੀ ਕਾਫੀ ਲੁੱਟ ਕੀਤੀ ਗਈ ਸੀ, ਸੋ ਜੋ ਨਿੰਦਣਯੋਗ ਹੈ। ਪਰ ਹੁਣ ਬਾਬਾ ਨਾਨਕ ਦੀ ਹੱਟੀ ਖੋਲ੍ਹਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਏਗਾ। ਦਿਨੋਂ ਦਿਨ ਵਧਦੇ ਜਾ ਰਹੇ ਪਾਰੇ ਦੇ ਕਰਕੇ ਪੈ ਰਹੀ ਅਤ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਨੇ ਅਤੇ ਜਿੱਥੇ ਪਹਿਲਾਂ ਕੋਰੋਨਾ ਮਹਾਮਾਰੀ ਤੇ ਚੱਲਦਿਆਂ ਕਰਫਿਊ ਦੇ ਕਰਕੇ ਸੜਕਾਂ ਤੇ ਬਾਜ਼ਾਰ ਸੁੰਨਸਾਨ ਸਨ, ਉੱਤੇ ਹੀ ਵਧਦੇ ਜਾ ਰਹੇ ਪਾਰੇ ਦੇ ਕਰਕੇ ਪੈ ਰਹੀ ਗਰਮੀ ਦੇ ਕਰਕੇ ਲੋਕ ਕਾਫੀ ਪਰੇਸ਼ਾਨ ਨੇ। ਜਿੱਥੇ ਪਹਿਲਾਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੱਗੇ ਕਰਫਿਊ ਕਾਰਨ ਸੜਕਾਂ ਤੇ ਬਾਜ਼ਾਰ ਸੁੰਨਸਾਨ ਸਨ, ਉੱਥੇ ਹੀ ਹੁਣ ਅਤ ਦੀ ਪੈ ਰਹੀ ਗਰਮੀ ਨੇ ਸੜਕਾਂ ਤੇ ਬਾਜ਼ਾਰਾਂ 'ਚ ਕਰਫਿਊ ਵਰਗਾ ਮਾਹੌਲ ਪੈਦਾ ਕਰ ਦਿੱਤਾ ਹੈ। ਅੰਬਾਲਾ ਸੈਂਟਰਲ ਜੇਲ੍ਹ ਦੇ ਵਿੱਚ ਇੱਕ ਬੰਦੀ ਅਤੇ ਇੱਕ ਕੈਦੀ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ। ਇਹ ਦੋਵੇਂ ਅੰਬਾਲਾ ਜੇਲ੍ਹ ਦੇ ਵਿੱਚ ਸਨੈਚਿੰਗ ਦੇ ਮਾਮਲੇ ਦੇ ਵਿੱਚ ਪਹੁੰਚੇ ਹੋਏ ਸਨ। ਫਿਲਹਾਲ ਇਸ ਮਾਮਲੇ ਵਿੱਚ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਗਏ ਨੇ। ਦੱਸਿਆ ਜਾਂਦਾ ਹੈ ਕਿ ਜਦੋਂ ਕੈਦੀਆਂ ਦੀ ਗਿਣਤੀ ਕੀਤੀ ਗਈ ਤਾਂ ਘੱਟ ਮਿਲਣ ਤੇ ਇਸ ਘਟਨਾ ਦਾ ਪਤਾ ਲੱਗਿਆ ਹੈ। ਹੁਸ਼ਿਆਰਪੁਰ ਦੇ ਪਿੰਡ ਖੇੜਾ ਵਿਖੇ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰੇ ਨੌਜਵਾਨਾਂ ਦੀ ਮੌਤ ਦੇ ਨਾਲ ਪਿੰਡ ਵਿੱਚ ਇਸ ਪਰਿਵਾਰ ਦੇ 3 ਨੌਜਵਾਨਾਂ ਸਮੇਤ ਪਿੰਡ ਵਿੱਚ ਨਸ਼ੇ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 6 ਹੋ ਗਈ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀ ਨੇ ਦੱਸਿਆ ਹੈ ਕਿ ਨਸ਼ਾ ਵੇਚਣ ਵਾਲੀ ਔਰਤ ਸੰਬੰਧੀ ਕਾਰਵਾਈ ਕਰਨ ਲਈ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ, ਪਰੰਤੂ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪਿੰਡ ਵਾਲੇ ਸੰਘਰਸ਼ ਕਰਨਗੇ। ਧੂਰੀ ਦੇ ਏਪੀ ਇਨਕਲੇਵ ਦੇ ਵਿੱਚ ਬਣਿਆ ਹੋਇਆ ਸੁਵਿਧਾ ਕੇਂਦਰ ਲੋਕਾਂ ਦੇ ਲਈ ਦੁਵਿਧਾ ਦਾ ਕੇਂਦਰ ਬਣਿਆ ਹੋਇਆ। ਦੱਸੀਏ ਕਿ ਸਰਕਾਰ ਦੇ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਸੁਵਿਧਾ ਕੇਂਦਰ ਬਣਾਏ ਗਏ ਸਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਰ ਪ੍ਰਵਾਸੀ ਮਜ਼ਦੂਰਾਂ ਨੂੰ ਸਹੂਲਤਾਂ ਦੇਣ ਲਈ ਨਵੀਂ ਜਾਰੀ ਕੀਤੀ ਜਾਣ ਵਾਲੀ ਲਾਲ ਕਾਪੀ ਲਈ ਫਾਰਮ ਭਰਨ ਦਾ ਕੰਮ ਬੜੇ ਜ਼ੋਰਾਂ ਨਾਲ ਚੱਲ ਰਿਹਾ ਤੇ ਲੋਕ ਆਪਣੇ ਫਾਰਮ ਭਰਨ ਲਈ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨਜ਼ਰ ਆਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੋਰੋਨਾ ਦੇ ਮਰੀਜ਼ਾਂ ਦੇ ਬਿੱਲਾਂ ਦਾ ਭਾਰ ਹਲਕਾ ਕਰਨ ਦੇ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਦੇ ਲਈ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਨੂੰ ਕੋਵਿਡ ਕੇਅਰ ਸੈਂਟਰ ਦੇ ਵਿੱਚ ਤਬਦੀਲ ਕੀਤਾ ਗਿਆ। ਇਸ ਵਿੱਚ 48 ਮਰੀਜ਼ਾਂ ਲਈ ਵਿਸ਼ੇਸ਼ ਵਾਰਡ ਬਣਾਇਆ ਗਿਆ। ਸ਼ੱਕੀ ਮਰੀਜ਼ਾਂ ਨੂੰ ਅਲੱਗ ਵਾਰਡ 'ਚ ਰੱਖਿਆ ਜਾਵੇਗਾ। ਇੱਕ ਮਰੀਜ਼ ਦੇ ਇਲਾਜ ਦਾ 1 ਹਫ਼ਤੇ ਦਾ ਖਰਚਾ 1 ਲੱਖ ਰੁਪਏ ਲਿਆ ਜਾਵੇਗਾ ਤੇ ਮਰੀਜ਼ ਨੂੰ ਭਰਨੇ ਪੈਣਗੇ ਸਿਰਫ 50,000। ਪੰਜਾਬ ਦੇ ਵਿੱਚ ਮੰਗਲਵਾਰ ਨੂੰ ਕੋਰੋਨਾ ਦੇ ਕਰਕੇ 5 ਮੌਤਾਂ ਹੋਈਆਂ ਨੇ। ਇਹਨਾਂ ਦੇ ਵਿੱਚੋਂ 3 ਮਰੀਜ਼ ਅੰਮ੍ਰਿਤਸਰ, 1 ਜਲੰਧਰ ਅਤੇ 1 ਮਲੇਰਕੋਟਲਾ ਦਾ ਦੱਸਿਆ ਜਾ ਰਿਹਾ। ਜਲੰਧਰ ਦੇ ਵਿੱਚ 65 ਸਾਲਾ ਮਹਿਲਾ ਨੇ ਕੋਰੋਨਾ ਦੇ ਚੱਲਦਿਆਂ ਦਮ ਤੋੜ ਦਿੱਤਾ। ਉਸਦੇ ਬੇਟੇ ਅਤੇ ਪਤੀ ਦੀ ਰਿਪੋਰਟ ਵੀ ਪੋਜ਼ਿਟਿਵ ਆਈ ਹੈ। ਅੰਮ੍ਰਿਤਸਰ 'ਚ ਵੀ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ 2 ਮਰੀਜ਼ਾਂ ਦਾ ਇਲਾਜ ਨਿੱਜੀ ਹਸਪਤਾਲਾਂ 'ਚ ਚੱਲ ਰਿਹਾ ਸੀ, ਜਦਕਿ ਇੱਕ ਭਿੱਖੀਵਿੰਡ ਨਾਲ ਸੰਬੰਧਿਤ ਮਰੀਜ਼ ਦਾ ਇਲਾਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਚੱਲ ਰਿਹਾ ਸੀ, ਜਿਸ ਨੇ ਦਮ ਤੋੜ ਦਿੱਤਾ ਹੈ। ਉਧਰ ਹੀ ਮਲੇਰਕੋਟਲਾ ਦੇ ਵਿੱਚ ਵੀ 60 ਸਾਲ ਦੇ ਰਿਜ਼ਵਾਨ ਫਾਰੂਖੀ ਦੀ ਕੋਰੋਨਾ ਦੇ ਕਰਕੇ ਮੌਤ ਹੋ ਗਈ ਹੈ ਤੇ ਉੱਤੇ ਹੀ ਸੂਬੇ ਦੇ ਵਿੱਚ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੀ ਮੌਤ ਦਾ ਅੰਕੜਾ ਮੰਗਲਵਾਰ ਨੂੰ 76 ਤੱਕ ਪਹੁੰਚ ਗਿਆ। ਲਹਿਰਾਗਾਗਾ 'ਚ 9 ਸਾਲ ਦੇ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬੱਚਾ ਘਰ 'ਚ ਇਕੱਲਾ ਹੀ ਸੀ ਤੇ ਪੂਰਾ ਪਰਿਵਾਰ ਝੋਨਾ ਲਾਉਣ ਗਿਆ ਹੋਇਆ ਸੀ। ਜਾਣਕਾਰੀ ਦੇ ਮੁਤਾਬਕ ਕੂਲਰ ਦੇ ਵਿੱਚ ਕਰੰਟ ਆਉਣ ਦੇ ਕਰਕੇ ਹਾਦਸਾ ਵਾਪਰਿਆ ਅਤੇ ਘਰ ਦੇ ਵਿੱਚ ਪਰਿਵਾਰਕ ਮੈਂਬਰ ਉਸ ਵਕਤ ਮੌਜੂਦ ਨਹੀਂ ਸਨ ਅਤੇ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲੀ। ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਹਨਾਂ ਨੇ ਯੂਨੀਵਰਸਿਟੀ ਤੇ ਸੈਲਰੀ ਤੇ ਪੈਨਸ਼ਨ ਨਾ ਦੇਣ ਦੇ ਇਲਜ਼ਾਮ ਲਗਾਏ ਨੇ। ਉਹਨੇ ਵੀ ਕਿਹਾ ਹੈ ਕਿ ਜੀਪੀ ਫੰਡ ਦੇ ਵਿੱਚ
ਕਟੌਤੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਹੈ ਤੇ ਇਸ ਨੂੰ ਲੈ ਕੇ ਵਾਈਸ ਚਾਂਸਲਰ ਦੇ ਉੱਤੇ ਵੀ ਗੰਭੀਰ ਦੋਸ਼ ਲਗਾਏ ਨੇ। ਦੱਸਿਆ ਜਾ ਰਿਹਾ ਹੈ ਕਿ ਵਾਈਸ ਚਾਂਸਲਰ ਦਿੱਲੀ ਮਹੀਨਿਆਂ ਤੋਂ ਯੂਨੀਵਰਸਿਟੀ ਨਹੀਂ ਆਈ। ਤਨਾਕਾਰੀ ਨੇ ਇਲਜ਼ਾਮ ਲਗਾਏ ਨੇ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਉਹ ਘਰ 'ਚ ਬੈਠੇ ਨੇ, ਜਿਸ ਕਾਰਨ ਯੂਨੀਵਰਸਿਟੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਸਮਰਾਲਾ ਦੇ ਨੇੜਲੇ ਪਿੰਡ ਉਟਾਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਇੱਕ ਵਿਅਕਤੀ ਵੱਲੋਂ ਚੁੱਕ ਕੇ ਆਪਣੇ ਘਰ ਲਿਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਅਤੇ ਗੁਰਦੁਆਰੇ ਦੇ ਗ੍ਰੰਥੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਉਕਤ ਵਿਅਕਤੀ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵਾਪਸ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ, ਜਿਸ ਬਾਰੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਸੂਚਿਤ ਕੀਤਾ ਗਿਆ ਸੀ। ਫਿਲਹਾਲ ਇਸ ਮਾਮਲੇ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਕੀਤੀ ਜਾਏਗੀ। ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਦੀ ਖੇਤੀਬਾੜੀ ਨੀਤੀਆਂ ਦੇ ਵਿੱਚ ਫੇਰਬਦਲ ਨੂੰ ਲੈ ਕੇ ਲੁਧਿਆਣਾ ਜ਼ਿਲ੍ਹਾ ਕਾਂਗਰਸ ਦੇ ਵੱਲੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕੇ ਬਾਵਾ ਨੇ ਸਰਕਾਰ ਦੇ ਕਿਸਾਨਾਂ, ਛੋਟੇ ਕਾਰੋਬਾਰੀਆਂ, ਮਜ਼ਦੂਰਾਂ ਦੇ ਨਾਲ ਧੋਖਾ ਕਰਨ ਦੇ ਇਲਜ਼ਾਮ ਲਗਾਏ ਨੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ ਤੇ ਸਰਕਾਰ ਖੇਤੀਬਾੜੀ ਖੇਤਰ ਵਿੱਚ ਸੁਧਾਰ ਲਿਆਉਣ ਦੀ ਥਾਂ ਕਿਸਾਨਾਂ ਦੇ ਹੱਕ ਖੋਹ ਕੇ ਵੱਡੇ ਉਦਯੋਗਿਕ ਘਰਾਣਿਆਂ ਨੂੰ ਦੇ ਰਹੀ ਹੈ, ਜਿਸ ਦਾ ਉਨ੍ਹਾਂ ਦੀ ਪਾਰਟੀ ਕੌਮੀ ਪੱਧਰ ਤੇ ਵਿਰੋਧ ਕਰ ਰਹੀ ਹੈ। ਇੱਕ ਨਜ਼ਰ ਪਾਉਂਦੇ ਹਾਂ ਰਾਸ਼ਟਰੀ ਖਬਰਾਂ ਤੇ। ਦੇਸ਼ ਦੇ ਵਿੱਚ ਵਧੇ ਕਰੋਨਾ ਸੰਕਟ ਦਰਮਿਆਨ 2 ਦਿਨਾਂ ਦੀ ਕੇਂਦਰ ਅਤੇ ਸੂਬਿਆਂ ਦੀ ਅਹਿਮ ਬੈਠਕ ਹੋ ਸ਼ੁਰੂ ਹੋਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੰਜਾਬ, ਚੰਡੀਗੜ੍ਹ ਸਮੇਤ ਪਹਾੜੀ ਅਤੇ ਉੱਤਰ ਪੂਰਬੀ ਸੂਬਿਆਂ ਦੇ ਨਾਲ ਬੈਠਕ ਕੀਤੀ। ਮੁੱਖ ਮੰਤਰੀਆਂ ਨਾਲ ਗੱਲਬਾਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਨਾਲ ਕਿਸੇ ਦੀ ਵੀ ਮੌਤ ਬੇਚੈਨ ਕਰਨ ਵਾਲੀ ਹੈ। 2 ਦਿਨਾਂ ਦੀ ਬੈਠਕ ਦੀ ਸ਼ੁਰੂਆਤ 'ਚ ਮੰਗਲਵਾਰ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਅਤੇ ਉਪ ਰਾਜਪਾਲ ਸ਼ਾਮਲ ਹੋਏ ਨੇ, ਜਿੱਥੇ 20,000 ਤੋਂ ਘੱਟ ਕਰੋਨਾ ਦੇ ਮਾਮਲੇ ਨੇ ਅਤੇ 150 ਤੋਂ ਘੱਟ ਲੋਕਾਂ ਦੀ ਮੌਤ ਹੋਈ ਹੈ। ਇਹਨਾਂ ਸੂਬਿਆਂ ਵਿੱਚ ਪਹਾੜੀ ਰਾਜ, ਪੂਰਬ ਉੱਤਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਸ਼ਾਮਲ ਨੇ। ਦਿੱਲੀ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਨੇ ਅਤੇ ਇਸੇ ਦੇ ਖਦਸ਼ੇ ਨੂੰ ਦੇਖਦਿਆਂ ਹੋਇਆਂ ਮਰੀਜ਼ਾਂ ਨੂੰ ਭਰਤੀ ਕਰਨ ਦੀ ਲੋੜ ਪੈਣ ਤੇ ਬੈੱਡਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਕਰਨ ਦੇ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਹੋਟਲ ਸੁਰਈਆ ਦਾ ਦੌਰਾ ਕਰਕੇ ਇੱਥੇ ਤਿਆਰੀਆਂ ਦਾ ਨਿਰੀਖਣ ਲਿਆ। ਕੇਜਰੀਵਾਲ ਨੇ ਨਿਰੀਖਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਸੁਰਈਆ ਹੋਟਲ ਨੂੰ ਕੋਵਿਡ-19 ਮਰੀਜ਼ਾਂ ਨੂੰ ਭਰਤੀ ਕਰਨ ਲਈ ਆਈਸੋਲੇਸ਼ਨ ਸਹੂਲਤ ਲਈ ਨਿਸ਼ਾਨਬੱਧ ਕੀਤਾ ਗਿਆ ਹੈ। ਇਸੇ ਸਿਲਸਿਲੇ ਦੇ ਵਿੱਚ ਇੱਥੇ ਸਥਾਪਿਤ ਕੀਤੀ ਜਾ ਰਹੀਆਂ ਸਹੂਲਤਾਂ ਦਾ ਨਿਰੀਖਣ ਕਰਨ ਆਏ ਨੇ। ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਇਲਾਵਾ ਸਰਕਾਰ ਦੇ ਹੋਰ ਅਧਿਕਾਰੀਆਂ ਦੀ ਵੀ ਮੌਜੂਦਗੀ ਉੱਥੇ ਦੇਖਣ ਨੂੰ ਮਿਲੀ। ਉਧਰ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਕਰੋਨਾ ਦੇ ਵਿਰੁੱਧ ਲੜਾਈ ਦੇ ਵਿੱਚ ਕਈ ਹੋਟਲਸ ਨੂੰ ਕੋਵਿਡ ਹਸਪਤਾਲ ਦੇ ਨਾਲ ਜੋੜੇਗੀ, ਜਿੱਥੇ ਕਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਇਹਨਾਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਉਹ ਖੁਦ ਆਏ। ਕਰਨਾਟਕ ਵਿੱਚ ਦਿਲ ਦਾ ਦੌਰਾ ਪੈਣ ਨਾਲ ਇੱਕ ASI ਦੀ ਮੌਤ ਤੋਂ ਬਾਅਦ ਹੁਣ ਜਾਂਚ ਵਿੱਚ ਉਹਨਾਂ ਦੇ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਪੁਲਿਸ ਥਾਣੇ ਦੇ 2 ਸਹਿਕਰਮੀ ਵੀ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਮਿਲੇ ਨੇ। ਬੈਂਗਲੁਰੂ ਪੁਲਿਸ ਕਮਿਸ਼ਨਰ ਭਾਸਕਰ ਰਾਵ ਨੇ ਕਿਹਾ ਕਿ ਪੁਲਿਸ ਥਾਣੇ ਦੇ ਇੱਕ ਸਹਾਇਕ ਪੁਲਿਸ ਸਬ ਇੰਸਪੈਕਟਰ ਦੀ ਮੌਤ ਕਰੋਨਾ ਵਾਇਰਸ ਦੀ ਵਜ੍ਹਾ ਨਾਲ ਹੋਈ ਹੈ। ਥਾਣੇ ਦੇ 2 ਕਰਮੀ ਕਰੋਨਾ ਤੋਂ ਪੀੜਤ ਮਿਲੇ ਨੇ। ਪੁਲਿਸ ਨੇ ਦੱਸਿਆ ਹੈ ਕਿ ਵੀਵੀਪੁਰਮ ਟ੍ਰੈਫਿਕ ਪੁਲਿਸ ਥਾਣੇ ਦੇ ਸਬੰਧਤ ਸਹਾਇਕ ਪੁਲਿਸ ਸਬ ਇੰਸਪੈਕਟਰ ਇਸ ਸਾਲ ਅਪ੍ਰੈਲ ਤੋਂ ਹੀ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਪੀੜਤ ਸਨ। 13 ਜੂਨ ਨੂੰ ਘਰ ਵਿੱਚ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੱਸਿਆ ਹੈ ਕਿ ਉਹਨਾਂ ਦੀ ਮੌਤ ਮਗਰੋਂ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਕਰੋਨਾ ਵਾਇਰਸ ਦੀ ਲਪੇਟ ਵਿੱਚ ਸੁਰੱਖਿਆ ਦਸਤਿਆਂ ਦੇ ਜਵਾਨ ਵੀ ਤੇਜ਼ੀ ਦੇ ਨਾਲ ਆ ਰਹੇ ਨੇ। ਜੰਮੂ ਕਸ਼ਮੀਰ ਦੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਯਾਨੀ ਕਿ CRPF ਦੇ 79 ਜਵਾਨ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਜਵਾਨ ਜੰਮੂ ਅਤੇ ਕਸ਼ਮੀਰ ਦੇ ਲਾਅ ਐਂਡ ਆਰਡਰ ਡਿਊਟੀ ਤੇ ਤੈਨਾਤ ਸਨ। ਸੁਰੱਖਿਆ ਦਸਤੇ ਦੇ ਦਿੱਲੀ ਹੈੱਡਕੁਆਰਟਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਇੱਕ CRPF ਜਵਾਨ ਦੀ ਮੌਤ ਵੀ ਕਰੋਨਾ ਕਾਰਨ ਹੋ ਗਈ ਸੀ। ਬੀਤੀ 8 ਜੂਨ ਨੂੰ ਅਨੰਤਨਾਗ 'ਚ ਤੈਨਾਤ ਇੱਕ CRPF ਦੇ ਜਵਾਨ ਦੀ ਕਰੋਨਾ ਨਾਲ ਮੌਤ ਹੋਣ ਦੀ ਜਾਣਕਾਰੀ ਆਈ ਸੀ। रुक करते हैं अंतरराष्ट्रीय खबरों के ਵੱਲ। ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਉੱਤਰ ਪੱਛਮ ਦੇ ਵਿੱਚ ਇੱਕ ਦਿਲ ਦਹਿਲਾ ਕੇ ਰੱਖ ਦੇਣ ਵਾਲੀ ਘਟਨਾ ਵਾਪਰੀ। ਇੱਥੇ 10 ਲੋਕਾਂ ਦੇ ਇੱਕ ਸਮੂਹ ਨੇ 16 ਸਾਲ ਦੇ ਲੜਕੇ ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਹੈ ਕਿ ਲੜਾਈ ਦੀ ਸ਼ੁਰੂਆਤ ਸੋਸ਼ਲ ਮੀਡੀਆ ਨਾਲ ਸੰਬੰਧਿਤ ਮੁੱਦਿਆਂ ਤੇ ਹੋਈ। ਇਹ ਲੜਾਈ ਡੀਅਰ ਪਾਰਕ ਵਿੱਚ ਬ੍ਰਿਮਬੈਂਕ ਸ਼ਾਪਿੰਗ ਸੈਂਟਰ ਵਿਖੇ ਸ਼ੁਰੂ ਹੋਈ।
हमला करने मगरों समूह के लोग उतों फरार हो गए ने। इस मामले दे विच पुलिस ने 6 लोगों को बिलिंघम रोड के उत्ते गिरफ्तार किया। मन्निया गया है कि 16 साल पीड़ित नौजवान एक शॉपिंग सेंटर के बाहर 4 बजे तो बाद नीले रोड से 8 तो 10 लोगों के समूह के संपर्क दे विच आया सी। ਇੱਥੇ ਦੋਹਾਂ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੇ ਬਾਅਦ ਸਮੂਹ ਨੇ ਨੌਜਵਾਨ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਘਟਨਾ ਸਥਾਨ ਤੇ ਘੇਰਾਬੰਦੀ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀ ਇਸ ਹਫਤੇ ਕੋਰੋਨਾ ਦਾ ਟੀਕਾ ਬ੍ਰਿਟੇਨ ਦੇ ਲੋਕਾਂ ਨੂੰ ਲਗਾਉਣਾ ਸ਼ੁਰੂ ਕਰਨਗੇ। ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਇੱਕ ਪ੍ਰਭਾਵਸ਼ਾਲੀ ਟੀਕਾ ਲੱਭਣ ਦੀ ਇਹ ਇੱਕ ਨਵੀਂ ਕੋਸ਼ਿਸ਼ ਹੈ। ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਕਿ ਲਗਭਗ 300 ਸਿਹਤਮੰਦ ਲੋਕਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ। ਸਰਕਾਰ ਨੇ ਇਸ ਟੀਕੇ ਨੂੰ ਵਿਕਸਿਤ ਕਰਨ ਲਈ 5.1 ਕਰੋੜ ਡਾਲਰ ਦਾ ਫੰਡ ਦਿੱਤਾ ਹੈ। ਇੰਪੀਰੀਅਲ ਕਾਲਜ ਲੰਡਨ ਵਿੱਚ ਵਿਕਸਿਤ ਇਸ ਸੰਭਾਵੀ ਟੀਕੇ ਦੀ ਹੁਣ ਤੱਕ ਸਿਰਫ ਜਾਨਵਰਾਂ ਅਤੇ ਪ੍ਰਯੋਗਸ਼ਾਲਾ ਵਿੱਚ ਹੀ ਜਾਂਚ ਕੀਤੀ ਗਈ ਹੈ। ਇੱਥੇ ਇਸਨੇ ਇੱਕ ਸੰਕਰਮਿਤ ਵਿਅਕਤੀ ਵਿੱਚ ਆਮ ਤੌਰ ਤੇ ਵੇਖੇ ਜਾਣ ਵਾਲੇ ਐਂਟੀਬਾਡੀਜ਼ ਤੋਂ ਜ਼ਿਆਦਾ ਪੱਧਰ ਤੇ ਐਂਟੀਬਾਡੀਜ਼ ਬਣਾਏ ਹਨ ਅਤੇ ਬਹੁਤ ਸਾਰੇ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮਹਾਮਾਰੀ ਨੂੰ ਸਿਰਫ ਪ੍ਰਭਾਵਸ਼ਾਲੀ ਟੀਕਿਆਂ ਦੇ ਨਾਲ ਰੋਕਿਆ ਜਾ ਸਕਦਾ ਹੈ। ਇਸ ਨੂੰ ਵਿਕਸਿਤ ਕਰਨ ਦੇ ਲਈ ਸਾਧਾਰਨ ਤੌਰ ਤੇ ਕਈ ਸਾਲ ਲੱਗ ਜਾਣਗੇ। ਚੀਨ ਅਤੇ ਅਮਰੀਕਾ ਵਿਚਕਾਰ ਤਣਾਅਪੂਰਨ ਰਿਸ਼ਤਿਆਂ ਵਿਚਕਾਰ ਇੱਕ ਚੰਗੀ ਖਬਰ ਆਈ ਹੈ। ਦੋਹਾਂ ਦੇਸ਼ਾਂ ਨੇ ਫੈਸਲਾ ਕੀਤਾ ਹੈ ਕਿ ਹਫ਼ਤੇ ਵਿੱਚ 4 ਫਲਾਈਟਾਂ ਚਲਾਈਆਂ ਜਾਣਗੀਆਂ। ਅਮਰੀਕਾ ਨੇ ਕਿਹਾ ਹੈ ਕਿ ਸੀਏਟਲ ਅਤੇ ਡੈਟਰੋਇਟ ਤੋਂ ਇਹ ਫਲਾਈਟਸ ਸਿਓਲ ਅਤੇ ਚੀਨ ਦੇ ਵੱਲ ਜਾਣਗੀਆਂ ਤੇ ਚੀਨ ਦੇ ਬੀਜਿੰਗ ਦੇ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸਾਹਮਣੇ ਆਉਣ ਦੇ ਬਾਅਦ ਸਥਾਨਕ ਪ੍ਰਸ਼ਾਸਨ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਸਾਰੀਆਂ ਇੰਡੋਰ ਖੇਡਾਂ ਤੇ ਕੰਪਲੈਕਸ ਥੀਏਟਰ ਅਤੇ ਸਿਨੇਮਾ ਹਾਲਸ ਨੂੰ ਅਗਲੇ ਹੁਕਮ ਤੱਕ ਬੰਦ ਰੱਖਿਆ ਜਾਵੇਗਾ। ਇੱਥੇ 4 ਦਿਨ ਦੇ ਵਿੱਚ ਕੁੱਲ 106 ਮਾਮਲੇ ਸਾਹਮਣੇ ਆਏ। ਅਮਰੀਕਾ ਵਿੱਚ ਗੈਰ ਗੁਰੂ ਨਾਗਰਿਕ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦੇ ਬਾਅਦ ਸ਼ੁਰੂ ਹੋਏ ਅੰਦੋਲਨ ਵਿੱਚ ਲੋਕਾਂ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਅਮਰੀਕੀ ਸਰਕਾਰ ਨੇ ਮੰਨ ਲਿਆ ਹੈ। ਟਰੰਪ ਮੰਗਲਵਾਰ ਨੂੰ ਇੱਕ ਆਰਡਰ ਦੇ ਦਸਤਖਤ ਕਰਨ ਵਾਲੇ ਨੇ ਜਿਸ ਵਿੱਚ ਪੁਲਿਸ ਰਿਫਾਰਮ ਮਤਲਬ ਸੁਧਾਰ ਦੀ ਗੱਲ ਕਹੀ ਗਈ ਹੈ। ਵਪਾਰ ਜਗਤ 'ਚ ਕਿਹੜੇ ਰਹੇ ਉਤਾਰ ਚੜ੍ਹਾਅ, ਕਿਸ ਨੂੰ ਹੋਇਆ ਨੁਕਸਾਨ, ਕੌਣ ਰਿਹਾ ਫਾਇਦੇ 'ਚ, ਜਾਣਦੇ ਹਾਂ ਬਿਜ਼ਨਸ ਨਿਊਜ਼ 'ਚ। निजी खेतर के ऋणदाता ICICI बैंक ने फिक्सड डिपॉजिट यानी कि FD दरां दे विच कमी कर दी है जो कि मंगलवार तो लागू हो गई है। बहुत सारे बैंक वाधू तरलता का हवाला देके डिपॉजिट यानी कि जमा दरां नूं घटा रहे हैं। इस तो पहला 4 जून नूं निजी खेतर के इस दिग्गज बैंक ने बचत खाते ते दिते गए ब्याज दे विच कटौती की। मौजूदा समय बैंक च काफी नकद तरलता है जदों कि लॉकडाउन होने कारण कर्जियां की मांग घट हो गई है। इस कारण बैंकों नूं जमा दरां नूं घटाउणा पै रिहा है। 7 ਦਿਨਾਂ ਤੋਂ 14 ਦਿਨਾਂ ਦੇ ਵਿਚਕਾਰ ਦੀ FD ਦੇ ਉੱਤੇ 2.75% ਵਿਆਜ ਦਰ ਤੋਂ ਸ਼ੁਰੂ ਕਰਦਿਆਂ ਹੋਇਆ ICICI ਬੈਂਕ ਇਸ ਸਮੇਂ 1 ਸਾਲ ਤੋਂ 399 ਦਿਨਾਂ ਦੇ ਵਿਚਕਾਰ ਦੇ ਫਿਕਸ ਡਿਪੋਜ਼ਿਟ ਦੇ ਉੱਤੇ ਸਿਰਫ 5.15% ਵਿਆਜ ਦੇ ਰਿਹਾ ਹੈ। ਇਸ ਤੋਂ ਇਲਾਵਾ ਗਾਹਕ 18 ਮਹੀਨਿਆਂ ਤੋਂ 3 ਸਾਲਾਂ ਦੇ ਵਿਚਕਾਰ ਪੂਰੀ ਹੋਣ ਵਾਲੀ FDs ਦੇ ਉੱਤੇ 5.35% ਵਿਆਜ ਪ੍ਰਾਪਤ ਕਰ ਸਕਦੇ ਨੇ। ਮੁੱਖ ਉਦਯੋਗ ਮੰਡਲ ਫਿੱਕੀ ਦੀ ਇੱਕ ਕਮੇਟੀ ਨੇ ਕਿਹਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਇਨਫੋਰਸਮੈਂਟ ਏਜੰਸੀਆਂ ਵੱਲੋਂ ਤਸਕਰੀ ਨਾਲ ਲਿਆਂਦੀ ਗਈ ਦਰਾਮਦਗੀ ਸਿਗਰਟ ਦੀ ਖੇਪ ਜ਼ਬਤ ਹੋਣ ਦੇ ਵਾਧੇ ਮਾਮਲੇ ਇਹ ਦਰਸਾਉਂਦੇ ਨੇ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਤਾਲਾਬੰਦੀ ਦੌਰਾਨ ਸਿਗਰਟ ਦੀ ਤਸਕਰੀ ਵਧੀ ਹੈ। ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਤਸਕਰੀ ਅਤੇ ਨਕਲੀ ਉਤਪਾਦ ਗਤੀਵਿਧੀਆਂ ਦੇ ਖਿਲਾਫ ਫਿੱਕੀ ਦੇ ਵੱਲੋਂ ਗਠਿਤ ਕਮੇਟੀ ਕਾਸਕੇਡ ਨੇ ਕਿਹਾ ਕਿ ਨਵੀਂ ਮੁੰਬਈ ਸਹਿਤ जवाहर लाल नेहरू पोर्ट ट्रस्ट के 12 जून को 11.88 करोड़ रुपए की विदेशी ब्रांड सिगरट की वड्डी खेप फड़ी गई है। लॉकडाउन लागू होने तो बाद यह सब तो वड्डी खेप है जो कि जब्त की गई। फिक्की कास्केड ने एक बयान च कहा है कि पूरे देश च इस तरह का रुझेवां वेख्या गया है। सड़क ट्रांसपोर्ट कारगो और यात्री समान च इस तरह का माल फड़िया गया है। पेट्रोल डीजल दी कीमतों के विच लगातार वाधे तो बाद एविएशन टरबाइन फ्यूल यानी कि जहाज़ के तेल के मुल 16 दिनों के लगातार दूजी बार वाधा होया। देश के ਵੱਖ-ਵੱਖ शहरों के मंगलवार तो इन्हां दी कीमत 14 तो 17% तक वधाई गई। देश की सब तो बड़ी तेल मार्केटिंग कंपनी इंडियन ऑयल अनुसार राष्ट्रीय राजधानी दिल्ली में मंगलवार तो जहाज़ के तेल की कीमत 16.36% वधा के 39,069.87 रुपए प्रति किलो लीटर कर दी गई है। इस नाल हवाई टिकटां दी महंगियां हो सकदियां ने। KYC नियम की प्रक्रिया वीडियो के जरिए पूरी करने की सुविधा शुरू कर दी गई है। गाहकों के अनुभव को आसान बनाने के लिए इस सुविधा को कंपनी ने VK
KYC ਦਾ ਨਾਮ ਦਿੱਤਾ ਹੈ ਤੇ ਕੰਪਨੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਸੁਵਿਧਾ SBI ਕਾਰਡ ਦੇ ਲਈ ਬਿਨੈਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਦੇ ਨਾਲ ਕਾਗਜ਼ ਰਹਿਤ ਡਿਜੀਟਲ ਬਣਾਵੇਗੀ। MBI ਨੇ ਕਿਹਾ ਹੈ ਕਿ VKYC ਨਾਲ ਧੋਖਾਧੜੀ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਇੱਕ ਨਜ਼ਰ ਬਾਲੀਵੁੱਡ ਗੱਪਸ਼ਪ ਦੇ ਵੱਲ। ਬਾਲੀਵੁੱਡ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਦਾ ਪਰਿਵਾਰਕ ਮਾਮਲਾ ਲਗਾਤਾਰ ਵਧਦਾ ਜਾ ਰਿਹਾ। ਪਹਿਲਾਂ ਨਵਾਜ਼ੁਦੀਨ ਦੀ ਪਤਨੀ ਵੱਲੋਂ ਕਈ ਮਾਮਲੇ ਦਰਜ ਕਰਵਾਉਣ ਮਗਰੋਂ ਹੁਣ ਅਦਾਕਾਰ ਦੇ ਭਰਾ ਸ਼ਮਾਸ ਨਵਾਬ ਸਿੱਦੀਕੀ ਨੇ ਆਲਿਆ ਸਿੱਦੀਕੀ ਦੇ ਖਿਲਾਫ ਕੇਸ ਦਰਜ ਕੀਤਾ ਹੈ। ਹੁਣ ਸ਼ਮਾਸ ਨੇ ਨਵਾਜ਼ੁਦੀਨ ਦੀ ਪਤਨੀ ਦੇ ਖਿਲਾਫ ਮਾਣਹਾਨੀ ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਨੇ। ਨਾਲ ਹੀ ਉਹਨਾਂ ਦੱਸਿਆ ਹੈ ਕਿ ਕਿਵੇਂ ਉਹਨਾਂ ਨੇ ਆਲਿਆ ਨੂੰ ਪੈਸੇ ਦਿੱਤੇ ਸਨ। ਜ਼ਿਕਰਯੋਗ ਹੈ ਕਿ ਬੋਲੇ ਚੂੜੀਆਂ ਦੇ ਨਿਰਦੇਸ਼ਕ ਨੇ ਹੁਣ ਮੁੰਬਈ ਦੇ ਜ਼ੋਨ 9 ਦੇ DCP ਦੇ ਸਾਹਮਣੇ ਆਲਿਆ ਖਿਲਾਫ ਧੋਖਾਧੜੀ ਦੇ ਮੈਜਿਸਟ੍ਰੇਟ ਕੋਰਟ ਵਿੱਚ ਅਪਰਾਧਿਕ ਮਾਨਹਾਨੀ ਮੁਕੱਦਮਾ ਦਾਇਰ ਕੀਤਾ ਹੈ। ਉਹਨੇ ਕਿਹਾ ਕਿ ਨਵਾਜ਼ ਭਰਾ ਅਤੇ ਮੈਂ ਉਸਦਾ ਹਮੇਸ਼ਾ ਸਮਰਥਨ ਕਰਦੇ ਰਹੇ ਹਾਂ ਤੇ ਉਹਨਾਂ ਦਾ ਤਲਾਕ ਦੇ ਮਾਮਲੇ 'ਚ ਕੋਈ ਲੈਣ ਦੇਣ ਨਹੀਂ ਹੈ, ਪਰ ਹੁਣ ਮੈਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਲਿਆ ਨੇ ਕਈ ਮੀਡੀਆ ਇੰਟਰਵਿਊਜ਼ ਦੇ ਵਿੱਚ ਸ਼ਮਾਸ ਦੇ ਉੱਤੇ ਦੋਸ਼ ਲਗਾਏ ਸਨ। ਭਾਰਤ ਦੀ ਸਟਾਰ ਮਹਿਲਾ ਪਹਿਲਵਾਨ ਦੇ ਭਾਰਤੀ ਜਨਤਾ ਪਾਰਟੀ ਬਬੀਤਾ ਫੋਗਾਟ ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਇੱਕ ਦਿਨ ਬਾਅਦ ਫਿਲਮਕਾਰ ਕਰਨ ਜੋਹਰ ਤੇ ਕਾਫੀ ਭੜਾਸ ਕੱਢੀ ਹੈ। ਕੰਗਣਾ ਰਣੌਤ ਦੇ ਸਮਰਥਨ ਦੇ ਵਿੱਚ ਆਈ ਬਬੀਤਾ ਫੋਗਾਟ ਨੇ ਕਰਨ ਜੌਹਰ ਨੂੰ ਕਾਫੀ ਖਰੀ ਖੋਟੀ ਸੁਣਾਈ ਹੈ ਤੇ ਉਹਨਾਂ ਨੇ ਟਵਿੱਟਰ ਤੇ ਲਿਖਿਆ ਕਿ ਫਿਲਮ ਉਦਯੋਗ ਕਰਨ ਜੌਹਰ ਦੀ ਜਾਇਦਾਦ ਹੈ, ਇਸ ਨੂੰ ਮੂੰਹ ਤੋੜ ਜਵਾਬ ਕਿਉਂ ਨਹੀਂ ਦਿੱਤਾ ਜਾਂਦਾ। ਦੱਸਦੇ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਕੰਗਣਾ ਨੇ ਵੀ ਇੱਕ ਵੀਡੀਓ ਜਾਰੀ ਕੀਤਾ, ਜਿਸ ਤੋਂ ਬਾਅਦ ਬਬੀਤਾ ਫੋਗਾਟ ਵੀ ਕੰਗਣਾ ਦੇ ਸਮਰਥਨ ਦੇ ਵਿੱਚ ਆ ਗਈ ਹੈ। ਉਹਨਾਂ ਨੇ ਟਵੀਟ 'ਚ ਲਿਖਿਆ ਹੈ ਕਿ ਕੰਗਣਾ ਰਣੌਤ ਭੈਣ ਦੀ ਗੱਲ ਮੈਨੂੰ ਕਾਫੀ ਹੱਦ ਤੱਕ ਸਹੀ ਲੱਗਦੀ ਹੈ। ਜਿਹੜੇ ਲੋਕ ਛੋਟੇ ਸ਼ਹਿਰਾਂ ਤੋਂ ਆਉਂਦੇ ਨੇ ਉਹਨਾਂ ਲੋਕਾਂ ਨਾਲ ਫਿਲਮ ਉਦਯੋਗ 'ਚ ਇਸ ਤਰ੍ਹਾਂ ਦਾ ਭੇਦਭਾਵ ਹੁੰਦਾ ਜੋ ਕਿ ਨਹੀਂ ਹੋਣਾ ਚਾਹੀਦਾ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਉੱਤੇ ਦੁੱਖ ਪ੍ਰਗਟਾਇਆ ਜਾ ਰਿਹਾ ਤੇ ਹਰ ਕੋਈ ਆਪੋ ਆਪਣੇ ਰਿਐਕਸ਼ਨ ਦੇ ਰਿਹਾ। ਐਕਟਰ ਡਾਇਰੈਕਟਰ ਸ਼ੇਖਰ ਕਪੂਰ ਨੇ ਵੀ ਸੁਸ਼ਾਂਤ ਸਿੰਘ ਦੀ ਮੌਤ ਦੇ ਉੱਤੇ ਦੁੱਖ ਜ਼ਾਹਿਰ ਕੀਤਾ। ਉਹਨਾਂ ਨੇ ਟਵੀਟ ਕੀਤਾ ਹੈ ਕਿ ਤੂੰ ਜਿਸ ਦਰ ਤੋਂ ਲੰਘ ਰਿਹਾ ਸੀ ਉਸ ਦਾ ਮੈਨੂੰ ਅਹਿਸਾਸ ਸੀ। ਜਿਹੜੇ ਲੋਕਾਂ ਨੇ ਤੈਨੂੰ ਕਮਜ਼ੋਰ ਬਣਾਇਆ ਅਤੇ ਜਿਨ੍ਹਾਂ ਕਰਕੇ ਤੂੰ ਮੇਰੇ ਮੋਢੇ ਤੇ ਸਿਰ ਰੱਖ ਕੇ ਹੰਝੂ ਬਹਾਉਂਦਾ ਹੁੰਦਾ ਸੀ, ਉਸ ਦੀ ਕਹਾਣੀ ਮੈਂ ਜਾਣਦਾ। ਕਾਸ਼ ਪਿਛਲੇ 6 ਮਹੀਨੇ ਤੇ ਮੈਂ ਤੇਰੇ ਨਾਲ ਹੁੰਦਾ, ਕਾਸ਼ ਤੂੰ ਮੇਰੇ ਨਾਲ ਗੱਲ ਕੀਤੀ ਹੁੰਦੀ। ਜੋ ਕੁਝ ਵੀ ਹੋਇਆ ਉਹ ਕਿਸੇ ਹੋਰ ਦੇ ਕਰਮ ਸਨ, ਤੇਰੇ ਨਹੀਂ। ਚਰਚਾ ਹੈ ਕਿ ਸੁਸ਼ਾਂਤ ਫਿਲਮ ਉਦਯੋਗ ਦੇ ਟਾਪ ਡਾਇਰੈਕਟਰਾਂ ਵੱਲੋਂ ਕੰਮ ਨਾ ਦਿੱਤੇ ਜਾਣ ਕਾਰਨ ਨਿਰਾਸ਼ ਸਨ। ਚਰਚਾ ਇਹ ਵੀ ਹੈ ਕਿ ਕੁਝ ਵੱਡੇ ਬੈਨਰਸ ਨਾਲ ਸੁਸ਼ਾਂਤ ਸਿੰਘ ਰਾਜਪੂਤ ਦੇ ਕੰਮ ਕਰਨ ਤੇ ਰੋਕ ਲਾ ਦਿੱਤੀ ਗਈ ਸੀ। ਹਾਲਾਂਕਿ ਇਹਨਾਂ ਗੱਲਾਂ 'ਚ ਕਿੰਨੀ ਸੱਚਾਈ ਹੈ, ਇਸ ਦਾ ਸਬੂਤ ਕਿਸੇ ਕੋਲ ਨਹੀਂ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਕਈ ਫਿਲਮੀ ਹਸਤੀਆਂ ਤੇ ਸਿਆਸੀ ਲੀਡਰਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਤੋਂ ਬਾਅਦ ਫਿਲਮਕਾਰ ਅਤੇ ਅਦਾਕਾਰ ਨਿਖਿਲ ਦਵਿਵੇਦੀ ਨੇ ਇਸ ਤਰ੍ਹਾਂ ਦੀ ਗੱਲ ਆਖੀ ਹੈ ਕਿ ਜਿਸ ਨੇ ਫਿਲਮੀ ਕਲਾਕਾਰਾਂ ਦੇ ਡਾਇਰੈਕਟਰਸ ਦੇ ਦੋਗਲੇਪਨ ਦੀ ਪੋਲ ਖੋਲੀ। ਕਈ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨਿਖਿਲ ਨੇ ਕਿਹਾ ਹੈ ਕਿ ਕਈ ਵਾਰ ਮੇਰੇ ਕੋਲੋਂ ਸਾਡੇ ਫਿਲਮ ਉਦਯੋਗ ਦੀ ਹਿਪੋਕ੍ਰੇਸੀ ਸਹਾਰ ਨਹੀਂ ਹੁੰਦੀ। ਵੱਡੇ ਵੱਡੇ ਲੋਕ ਆਖ ਰਹੇ ਨੇ ਕਿ ਮੈਨੂੰ ਸੁਸ਼ਾਂਤ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਸੀ, ਕੰਮ ਆਉਣ ਤੇ ਤੁਸੀਂ ਇਸ ਤਰ੍ਹਾਂ ਨਹੀਂ ਕੀਤਾ ਅਤੇ ਇਸੇ ਵਜ੍ਹਾ ਕਰਕੇ ਉਸ ਦਾ ਕੈਰੀਅਰ ਥੱਲੇ ਚਲਾ ਗਿਆ। ਇਸ ਕਰਕੇ ਚੁੱਪ ਰਹੋ ਕਿ ਤੁਸੀਂ ਇਮਰਾਨ ਖਾਨ, ਅਭੈ ਦਿਓਲ ਅਤੇ ਹੋਰ ਲੋਕਾਂ ਦੇ ਸੰਪਰਕ ਵਿੱਚ ਹੋ, ਪਰ ਪਹਿਲਾਂ ਜਦੋਂ ਤੁਸੀਂ ਉਹਨਾਂ ਦਾ ਚੰਗਾ ਸਮਾਂ ਸੀ ਤੁਸੀਂ ਸਾਰੇ ਉਹਨਾਂ ਦੇ ਨਾਲ ਸੀ। ਸੈਲੀਬ੍ਰਿਟੀ ਹੇਅਰ ਸਟਾਈਲਿਸਟ ਸਪਨਾ ਭਾਵਨਾਨੀ ਨੇ ਵੀ ਇਸੇ ਤਰ੍ਹਾਂ ਦੀ ਗੱਲ ਆਖੀ ਹੈ। ਰੁਕ ਕਰਦੇ ਹਾਂ ਖੇਡ ਦੇ ਮੈਦਾਨ ਤੇ ਵੱਲ। ਕ੍ਰਿਕਟ ਆਸਟ੍ਰੇਲੀਆ ਦੇ ਚੇਅਰਮੈਨ ਅਰਲ ਐਂਡਿੰਗਸ ਨੇ ਮੰਗਲਵਾਰ ਨੂੰ ਸਵੀਕਾਰ ਕੀਤਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਾਲੇ ਇਸ ਸਾਲ T20 ਵਿਸ਼ਵ ਕੱਪ ਦਾ ਆਯੋਜਨ ਬੇਤੁਕਾ ਹੈ ਕਿਉਂਕਿ 16 ਟੀਮਾਂ ਦਾ ਇੱਥੇ ਆਉਣਾ ਅਸੰਭਵ ਹੈ। ਅਕਤੂਬਰ-ਨਵੰਬਰ ਦੇ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਬਾਰੇ ਦੇ ਵਿੱਚ ICC ਨੂੰ ਫੈਸਲਾ ਲੈਣਾ ਹੈ। ਕੋਰੋਨਾ ਮਹਾਮਾਰੀ ਕਾਰਨ ਕਈ ਦੇਸ਼ਾਂ ਦੇ ਵਿੱਚ ਯਾਤਰਾ ਤੇ ਪਾਬੰਦੀਆਂ ਨੇ। ਐਂਡਿੰਗਸ ਨੇ ਵੀਡੀਓ ਕਾਨਫਰੰਸ ਵਿੱਚ ਕਿਹਾ ਹੈ ਕਿ ਮੈਂ ਤਾਂ ਇਹੀ ਕਹਾਂਗਾ ਕਿ ਇਹ ਮੁਸ਼ਕਿਲ ਹੈ। 16 ਟੀਮਾਂ ਨੂੰ ਆਸਟ੍ਰੇਲੀਆ ਲਿਆਉਣਾ ਆਸਾਨ ਨਹੀਂ ਹੈ, ਜਦਕਿ ਕਈ ਦੇਸ਼ਾਂ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ICC ਨੇ ਪਿਛਲੇ ਹਫਤੇ ਬੋਰਡ ਬੈਠਕ ਤੋਂ ਬਾਅਦ ਇਸ ਟੂਰਨਾਮੈਂਟ ਦਾ ਫੈਸਲਾ 1 ਮਹੀਨੇ ਦੇ ਲਈ ਲਟਕਾ ਦਿੱਤਾ ਸੀ। ਅਜਿਹੀਆਂ ਅਟਕਲਾਂ ਨੇ ਕਿ ਟੂਰਨਾਮੈਂਟ ਮੁਲਤਵੀ ਹੋ ਸਕਦਾ ਹੈ ਅਤੇ ਉਸ ਸਮੇਂ IPL ਦਾ ਆਯੋਜਨ ਕਰਵਾਇਆ ਜਾ ਸਕਦਾ ਹੈ। ਆਸਟ੍ਰੇਲੀਆ ਵਿੱਚ ਹਾਲਾਂਕਿ ਮਹਾਮਾਰੀ ਤੇ ਕਾਬੂ ਪਾ ਲਿਆ ਗਿਆ ਹੈ। ਇੱਥੇ 7,000 ਤੋਂ ਜ਼ਿਆਦਾ ਮਾਮਲੇ ਆਏ ਸੀ, 6,000 ਤੋਂ ਜ਼ਿਆਦਾ ਲੋਕ ਸਹੀ ਹੋ ਚੁੱਕੇ ਨੇ। ਕੋਰੋਨਾ ਦੇ ਡਰ ਦੇ ਨਾਲ ਬਾਟੀ ਨੇ ਵੀ US ਓਪਨ ਦੇ ਆਯੋਜਨ ਦੇ ਉੱਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਦੱਸੀਏ ਕਿ ਇਸ ਲਈ ਬਾਟੀ ਵੀ ਖਿਡਾਰੀਆਂ ਦੇ ਵਿੱਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਅਨਿਸ਼ਚਿਤਤਾ ਦੇ ਬਾਵਜੂਦ US ਓਪਨ ਟੈਨਿਸ ਟੂਰਨਾਮੈਂਟ ਦੇ ਆਯੋਜਨ ਦੇ ਉੱਤੇ ਚਿੰਤਾ ਜ਼ਾਹਿਰ ਕੀਤੀ।
ਬਾਰਟੀ ਨੂੰ ਹੁਣ ਫ੍ਰੈਂਚ ਓਪਨ ਦੇ ਖਿਤਾਬ ਤੇ ਬਚਾਅ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਸਾਰੇ ਟੈਨਿਸ ਮੁਕਾਬਲੇ ਠੱਪ ਨੇ। ਨੋਵਾਕ ਜੋਕੋਵਿਚ ਤੇ ਰਾਫੇਲ ਨਡਾਲ ਵੀ US ਓਪਨ ਦੇ ਲਈ ਖਿਡਾਰੀਆਂ ਤੇ ਸੰਭਾਵਿਤ ਪਾਬੰਦੀਆਂ ਤੇ ਹੋਰ ਤਬਦੀਲੀਆਂ ਨੂੰ ਲੈ ਕੇ ਸ਼ੱਕ ਜਤਾ ਚੁੱਕੇ ਨੇ। ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਦੀ ਤੁਲਨਾ ਕਾਫੀ ਮੁਸ਼ਕਿਲ ਹੈ ਕਿਉਂਕਿ ਦੋਵੇਂ ਹੀ ਵੱਖ-ਵੱਖ ਕ੍ਰਮ ਤੇ ਬੱਲੇਬਾਜ਼ੀ ਕਰਦੇ ਨੇ। ਗੰਭੀਰ ਨੇ ਇੱਕ ਇੰਟਰਵਿਊ ਦੌਰਾਨ ਟੀਚੇ ਦਾ ਪਿੱਛਾ ਕਰਨ ਦੀ ਦ੍ਰਿਸ਼ਟੀ ਨਾਲ ਕੌਣ ਬਿਹਤਰ ਹੋਵੇਗਾ ਇਸ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ ਹੈ। ਗੌਤਮ ਗੰਭੀਰ ਨੇ ਕਿਹਾ ਕਿ ਵਿਰਾਟ ਤੀਜੇ ਕ੍ਰਮ ਤੇ ਬੱਲੇਬਾਜ਼ੀ ਕਰਦਾ ਹੈ ਜਦਕਿ ਧੋਨੀ 6ਵੇਂ ਤੇ 7ਵੇਂ ਕ੍ਰਮ ਤੇ ਬੱਲੇਬਾਜ਼ੀ ਕਰਦੇ ਨੇ। ਇਸ ਲਈ ਦੋਵਾਂ ਦੀ ਤੁਲਨਾ ਕਰਨਾ ਬੇहद ਮੁਸ਼ਕਿਲ ਹੈ। ਧੋਨੀ ਜੇਕਰ ਚੋਟੀ ਕ੍ਰਮ ਦੇ ਉੱਤੇ ਬੱਲੇਬਾਜ਼ੀ ਕਰਦੇ ਤੇ ਇਸ ਸਵਾਲ ਤੇ ਗੰਭੀਰ ਨੇ ਕਿਹਾ ਕਿ ਸੰਭਾਵਿਤ ਵਿਸ਼ਵ ਕ੍ਰਿਕਟ ਨੇ ਇੱਕ ਮਹੱਤਵਪੂਰਨ ਚੀਜ਼ ਗਵਾਈ ਹੈ ਤੇ ਉਹ ਹੈ ਧੋਨੀ ਦਾ ਤੀਜੇ ਕ੍ਰਮ ਤੇ ਬੱਲੇਬਾਜ਼ੀ ਨਾ ਕਰਨਾ। ਜੇਕਰ ਧੋਨੀ ਨੇ ਭਾਰਤੀ ਟੀਮ ਦੀ ਕਪਤਾਨੀ ਨਾ ਕੀਤੀ ਹੁੰਦੀ ਤਾਂ ਤੀਜੇ ਨੰਬਰ ਤੇ ਬੱਲੇਬਾਜ਼ੀ ਕੀਤੀ ਹੁੰਦੀ ਤਾਂ ਸ਼ਾਇਦ ਦੁਨੀਆ ਨੂੰ ਬਿਲਕੁਲ ਵੱਖਰੀ ਤਰ੍ਹਾਂ ਦਾ ਖਿਡਾਰੀ ਦੇਖਣ ਨੂੰ ਮਿਲਦਾ। ਅਜੇ ਵਿੱਚ ਧੋਨੀ ਨੇ ਢੇਰ ਸਾਰੀਆਂ ਦੌੜਾਂ ਬਣਾਈਆਂ ਹੁੰਦੀਆਂ ਅਤੇ ਕਈ ਰਿਕਾਰਡ ਤੋੜੇ ਹੁੰਦੇ। ਫਟਾਫਟ 100 ਦੇ ਵਿੱਚ ਅੱਜ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।